ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਨੂੰ ਮਿਥਿਹਾਸ ਕਰ ਰਿਹਾ ਹੈ ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7ਵੀਂ ਨੂੰ ਹੈ। ਇਸੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਵੀ ਆਦੇਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7ਵੀਂ ਨੂੰ ਹੀ ਮਨਾਇਆ ਜਾਏ। ਅਫਸੋਸ ਕਿ ਇੱਕ ਭੁੱਲੜ ਸਿੱਖ ਪੁਰੇਵਾਲ ਨੇ ਇੱਕ ਨਕਲੀ ਨਾਨਕਸ਼ਾਹੀ ਕੈਲੰਡਰ ਬਣਾਇਆ ਜਿਸ ਨੇ ਸਿੱਖ ਪੰਥ ਨੂੰ ਦੋ ਚਿੱਤੀ 'ਚ ਪਾਉਂਦਿਆਂ ਦੋ ਫਾੜ ਕਰ ਦਿੱਤਾ। ਸਿੱਖ ਪੰਥ ਦਾ ਅਸਲ ਤਾਂ ਦੁੱਖ ਇਹ ਹੈ ਕਿ ਸਾਡੇ ਕੋਲ ਨਾ ਤਾਂ ਕੋਈ ਚੰਗੇਰਾ ਖਗੋਲ ਵਿਗਿਆਨੀ ਹੈ ਤੇ ਨਾ ਹੀ ਭੂਗੋਲ ਵਿਗਿਆਨੀ, ਨਹੀਂ ਤਾਂ ਅਜਿਹੀ ਗੁਸਤਾਖੀ ਕਰਨ ਦੀ ਜ਼ਰੂਰਤ ਕਿਸੇ ਨੇ ਵੀ ਨਹੀਂ ਸੀ ਕਰਨੀ। ਚਲੋ ਖੈਰ, ਹੁਣ ਇਸ ਸੱਚ ਨੂੰ ਜਾਣੀਏ ਕਿ ਕੁਦਰਤੀ ਸੱਚਾਈ ਕੀ ਹੈ। ਇਸ ਲਈ ਬਾਕੀ ਧਰਮਾਂ ਦੇ ਕੈਲੰਡਰਾਂ ਨੂੰ ਵੀ ਸਮਝਣਾ ਪਵੇਗਾ ਜੋ ਕੁਦਰਤੀ ਵਰਤਾਰੇ ਅਨੁਸਾਰ ਚੱਲਦੇ ਹਨ। ਇਸਲਾਮ, ਬੋਧੀ, ਜੈਨ, ਈਸਾਈ, ਹਿੰਦੂ, ਯਹੂਦੀ ਆਦਿ ਵੱਖ-ਵੱਖ ਆਜ਼ਾਦ ਧਰਮ ਹਨ। ਇਹਨਾਂ ਦੇ ਆਪਣੇ ਪਵਿੱਤਰ ਦਿਨ ਦਿਹਾੜ ਹਨ। ਇਹਨਾਂ ਦਿਨਾਂ ਨੂੰ ਉਹ ਆਪਣੇ-ਆਪਣੇ ਪਰੰਪਰਾਗਤ ਤਰੀਕਿਆਂ ਨਾਲ ਮਨਾਉਂਦੇ ਹਨ। ਵੇਖਿਆ ਜਾ ਸਕਦਾ ਹੈ ਕਿ ਪੋਪ ਵੱਲੋਂ ਜਾਰੀ ਈਸਾਈ ਗ੍ਰੈਗੋਰੀਅਨ ਕੈਲੰਡਰ ਵਿੱਚ ਹਰ ਸਾਲ ਇਹਨਾਂ ਦੀਆਂ ਤਾਰੀਖਾਂ ਹਰ ਵਾਰ ਵੱਖ-ਵੱਖ ਦਿਨਾਂ ਤੇ ਆਉਂਦੀਆਂ ਹਨ। ਇਹ ਤਕਰੀਬਨ ਸਾਰੇ ਹੀ ਚੰਦਰਮਾ ਆਧਾਰਿਤ ਸੁਦੀ-ਵਦੀ ਮੁਤਾਬਕ ਹਨ। ਇਸ ਨਾਲ ਉਹਨਾਂ ਦੀ ਵਿਲੱਖਣਤਾ ਅਤੇ ਵੱਖਰੀ ਪਛਾਣ ਕਾਇਮ ਰਹਿੰਦੀ ਹੈ। ਇਹਨਾਂ ਵਿੱਚੋਂ ਕਿਸੇ ਵੀ ਧਰਮ ਨੇ ਆਪਣੀ ਤਰੀਕਾਂ ਈਸਾਈ ਕੈਲੰਡਰ ਮੁਤਾਬਕ ਨਿਸ਼ਚਿਤ ਕਰਨ ਦੀ ਹਿਮਾਕਤ ਨਹੀਂ ਕੀਤੀ। ਹੋਰ ਤਾਂ ਹੋਰ ਈਸਾਈਆਂ ਨੇ ਵੀ ਹਜ਼ਰਤ ਈਸਾ ਮਸੀਹ ਦੇ ਸ਼ਹੀਦੀ ਦਿਵਸ ਗੁੱਡ ਫਰਾਈਡੇ ਦਾ ਦਿਨ ਨਿਸ਼ਚਿਤ ਨਹੀਂ ਕੀਤਾ। ਸ਼ਾਇਦ ਉਹਨਾਂ ਕੋਲ ਕੋਈ ਸਾਡੇ ਵਰਗਾ ਕੈਲੰਡਰਾਚਾਰਿਆ ਨਹੀਂ ਸੀ। ਇਹਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਹੋਈ ਤੇ ਨਾ ਹੀ ਖਿਆਲ ਆਇਆ ਕਿ ਉਹ ਈਸਾਈ ਕੈਲੰਡਰ ਮੁਤਾਬਕ ਆਪਣੀਆਂ ਤਰੀਕਾਂ ਪੱਕੇ ਤੌਰ ਤੇ ਨਿਸ਼ਚਿਤ ਕਰ ਦੇਣ। ਇਸੇ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਰੰਭ ਹੋ ਕੇ ਸਾਰੇ ਗੁਰਪੁਰਬਾਂ ਦੀਆਂ ਤਰੀਕਾਂ ਸੁਦੀ-ਵਦੀ ਮੁਤਾਬਕ ਗੁਰਬਾਣੀ ਨੇ ਤੈਅ ਕਰ ਦਿੱਤੀਆਂ ਹਨ। ਪਾਵਨ ਗੁਰਬਾਣੀ ਵਿੱਚ ਵੀ ਇਸ ਦਾ ਬਾਰ-ਬਾਰ ਜ਼ਿਕਰ ਆਇਆ ਹੈ ਅਤੇ ਥਿੱਤੀ ਵਾਰੀ ਮਾਹ ਹੋਆ ਦੇ ਅਨੁਸਾਰ ਗੁਰੂ ਸਾਹਿਬ ਨੇ 12 ਮਾਹੇ ਰਚੇ। ਪਰ ਅਫਸੋਸ ਹੈ ਕਿ ਸਾਡੇ ਵਿੱਚੋਂ ਹੀ ਕੁਝ ਗੁਰੂ ਸਾਹਿਬ ਤੋਂ ਵੀ ਅੱਗੇ ਵੱਧ ਕੇ ਇਸ ਸਾਰੇ ਨੂੰ ਰੱਦ ਕਰਨ ਦੇ ਰਾਹ ਤੁਰੇ ਹਨ। ਗੁਰਪੁਰਬਾਂ ਦੀਆਂ ਤਰੀਖਾਂ ਦੀ ਛੇੜਛਾੜ ਦਾ ਪਾਪ ਸਾਡੇ ਹੀ ਜਿੰਮੇ ਕਿਉਂ? ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਰੇਵਾਲ ਕੈਲੰਡਰ ਰਚੈਤਾ ਨੇ ਇਸਲਾਮ ਦਾ ਕੈਲੰਡਰ ਵੀ ਬਣਾਇਆ ਹੈ। ਸੰਸਾਰ ਵਿੱਚ ਮੁਸਲਮਾਨਾਂ ਦੀ ਆਬਾਦੀ 18 ਅਰਬ ਤੋਂ ਵੱਧ ਹੈ। ਕੀ ਇਹ ਇੱਕ ਵੀ ਮੁਸਲਮਾਨ ਵੀਰ ਨੂੰ ਪੇਸ਼ ਕਰ ਸਕਦੇ ਹਨ ਜਿਸ ਨੇ ਇਸਲਾਮ ਦੇ ਚੰਦਰਮਾ ਆਧਾਰਿਤ ਹਿਜਰੀ ਕੈਲੰਡਰ ਦਾ ਤਿਆਗ ਕਰਕੇ ਪੁਰੇਵਾਲ ਦੇ ਇਸਲਾਮਿਕ ਕੈਲੰਡਰ ਨੂੰ ਪ੍ਰਵਾਨ ਕੀਤਾ ਹੋਵੇ? ਇਹ ਪੁਰੇਵਾਲੀ ਕੈਲੰਡਰ ਇੱਕ ਮਿਲਗੋਬਾ ਕੈਲੰਡਰ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਹੋਲਾ ਮਹੱਲਾ ਜਾਂ ਦੀਵਾਲੀ ਵਿਚਲੀ ਤਰੀਕ ਨਹੀਂ ਬਦਲ ਸਕੇ, ਪਰ ਸਦੀਆਂ ਤੋਂ ਪ੍ਰਚਲਿਤ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਵਿੱਚ ਭੰਨ ਤੋੜ ਕਰਕੇ ਪੰਥ ਵਿੱਚ ਦੁਵਿਧਾ ਪੈਦਾ ਕਰ ਰਹੇ ਹਨ। ਗੁਰੂ ਕਾਲ ਤੋਂ 1999 ਖਾਲਸੇ ਦੇ 300 ਸਾਲਾ ਸਿਰਜਣਾ ਦਿਵਸ ਤੱਕ ਨਾਨਕਸ਼ਾਹੀ ਸੰਮਤ ਜਾਂ ਖਾਲਸਾ ਸੰਮਤ ਤਾਂ ਸੀ ਅਤੇ ਇਹ ਵਰਤੋਂ ਵਿੱਚ ਵੀ ਆਇਆ ਸੀ, ਪਰ ਨਾਨਕਸ਼ਾਹੀ ਕੈਲੰਡਰ ਨਹੀਂ ਸੀ। ਹੋਰ ਤਾਂ ਹੋਰ ਇਸ ਪੁਰੇਵਾਲ ਕੈਲੰਡਰ ਵਿੱਚ ਕਿਸੇ ਵੀ ਮਹੀਨੇ ਦੀ ਆਰੰਭਤਾ ਦਾ ਕੋਈ ਆਧਾਰ ਨਾ ਹੋ ਕੇ ਮਨ ਮਰਜ਼ੀ ਨਾਲ ਤਾਰੀਖਾਂ ਮਿੱਥੀਆਂ ਹਨ। ਇਸ ਲਈ ਇਹ ਮਿਥਿਹਾਸਕ ਕੈਲੰਡਰ ਹੈ ਜੋ ਸੱਚ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ। ਇਸ ਲਈ ਇਸ ਅਖੌਤੀ ਨਾਨਕਸ਼ਾਹੀ ਕੈਲੰਡਰ ਦਾ ਸਪਸ਼ਟ ਮਕਸਦ ਸਿੱਖ ਪੰਥ ਵਿੱਚ ਖਲਬਲੀ ਤੇ ਦੁਵਿਧਾਵਾਂ ਪੈਦਾ ਕਰਕੇ ਸਿੱਖ ਪੰਥ ਨੂੰ ਦੋ ਫਾੜ ਕਰਨਾ ਹੈ। ਗੁਰੂ ਸਾਹਿਬਾਨਾਂ ਵੱਲੋਂ ਅਪਣਾਏ ਗਏ ਕੈਲੰਡਰ ਚੇਤ ਤੋਂ ਫੱਗਣ ਤੱਕ ਹਨ। ਇਹਨਾਂ ਵਿੱਚ ਹਰ ਗੁਰਪੁਰਬ ਸਾਲ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ, ਪਰ ਇਸ ਪੰਥ ਵਿਰੋਧੀ ਕਾਰਵਾਈ ਨਾਲ ਹਰ ਸਾਲ ਗੁਰਪੁਰਬ ਸਮੇਂ ਗੁਰਬਾਣੀ ਗੁਰੂ ਇਤਿਹਾਸ ਦੀ ਗੱਲ ਨਾ ਕਰਕੇ ਵਾਦ ਵਿਵਾਦ ਖੜਾ ਕਰਨਾ ਹੀ ਇਹਨਾਂ ਦਾ ਜ਼ਹਿਰੀਲਾ ਮਕਸਦ ਹੈ। ਸਰੋਤਿਆਂ ਦੇ ਧਿਆਨ
ਹਿੱਤ ਦੱਸ ਦਈਏ ਕਿ ਧਰਮ ਹਮੇਸ਼ਾ ਕੁਦਰਤ ਦੇ ਨਾਲ ਚੱਲਦਾ ਹੈ, ਜਿਸ ਨੂੰ ਸਮਝਣ ਲਈ ਅਸੀਂ ਸਕਰੀਨ ਤੇ ਇੱਕ ਕੈਲੰਡਰ ਦਿਖਾ ਰਹੇ ਹਾਂ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਹਰ ਸਾਲ ਵੱਖ-ਵੱਖ ਤਰੀਕਾਂ ਤੇ ਆਉਣ ਨੂੰ ਸਪਸ਼ਟ ਦੇਖਿਆ ਜਾ ਸਕਦਾ ਹੈ। ਆਓ ਇਸ ਕੈਲੰਡਰ ਨੂੰ ਸਮਝਣ ਲਈ ਬਲਵਿੰਦਰ ਸਿੰਘ ਜੀ ਦੀ ਰਿਪੋਰਟ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰੇਵਾਲ ਨੇ ਜੋ ਸਿੱਖ ਪੰਥ ਦੇ ਵਿੱਚ ਤਰੀਕਾਂ ਨੂੰ ਲੈ ਕੇ ਦੁਬਿਧਾ ਪੈਦਾ ਕੀਤੀ ਹੈ, ਉਸ ਦੇ ਸੰਬੰਧ ਦੇ ਵਿੱਚ ਅਸੀਂ ਜੋ ਇਹ ਕੈਲੰਡਰ ਤੁਹਾਨੂੰ ਵਿਖਾ ਰਹੇ ਹਾਂ, ਸਕਰੀਨ ਤੇ ਵੇਖ ਰਹੇ ਹੋ, ਇਸ ਨੂੰ ਥੋੜਾ ਸਮਝਣਾ ਪਵੇਗਾ। ਇਹ ਜਿਹੜੇ ਕੈਲੰਡਰ ਹੈ, ਜਿਹੜਾ ਤੁਸੀਂ ਵੇਖ ਰਹੇ ਹੋ ਜਾਂ ਵੱਖ-ਵੱਖ ਧਰਮਾਂ ਦਾ ਕੈਲੰਡਰ ਹੈ, ਉਹ ਸਾਰੇ ਹੀ ਇਹ ਕੈਲੰਡਰ ਨੂੰ ਚੰਦਰਮਾ ਮੁਤਾਬਕ ਹੀ ਚੱਲਦੇ ਨੇ, ਕਿਉਂਕਿ ਚੰਦਰਮਾ ਮੁਤਾਬਕ ਹੀ ਦਿਨ ਤੇ ਰਾਤ ਬਣਦੇ ਨੇ ਤੇ ਉਸੇ ਮੁਤਾਬਕ ਹੀ ਇਹਦੀਆਂ ਵਾਰਾਂ, ਤਿਥੀਆਂ, ਮਹੀਨੇ, ਸਾਲ ਗਿਣੇ ਜਾਂਦੇ ਨੇ ਤੇ ਸਾਰੇ ਹੀ ਧਰਮ ਇਸ ਨੂੰ ਮੰਨਦੇ ਨੇ। ਜਿਨ੍ਹਾਂ ਵਿੱਚ ਅਗਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਸਲਾਮ ਧਰਮ ਦੀ, ਤੇ ਉਹਨਾਂ ਦਾ ਤਿਉਹਾਰ ਹੈ ਈਦ ਉਲ ਫਿਤਰ। 2019 ਦੇ ਵਿੱਚ 3 ਜੂਨ ਨੂੰ ਆਈ ਸੀ, 2020 'ਚ 13 ਮਈ ਨੂੰ, 2021 'ਚ 12 ਮਈ ਨੂੰ, 2022 'ਚ 1 ਮਈ ਨੂੰ ਤੇ 2023 ਜਿਹੜਾ ਅਗਲੇ ਸਾਲ ਆਉਣਾ ਉੱਥੇ 22 ਅਪ੍ਰੈਲ ਨੂੰ ਇਹ ਮਨਾਇਆ ਜਾਵੇਗਾ। ਔਰ ਇਹਨਾਂ ਨੇ ਕਦੀ ਇਹ ਤਰੀਕਾਂ ਇੱਕ ਜਗ੍ਹਾ ਤੇ ਨਹੀਂ ਰੱਖੀਆਂ ਕਿ 1 ਮਈ ਰੱਖ ਲਈ ਜਾਂ 2 ਮਈ ਰੱਖ ਲਈਏ। ਇਸੇ ਤਰ੍ਹਾਂ ਇਸਲਾਮ ਦਾ ਇੱਕ ਤਿਉਹਾਰ ਹੈ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੈ, ਜਿਹੜਾ ਉਹ ਜਨਮ 2019 'ਚ 9 ਨਵੰਬਰ ਨੂੰ ਮਨਾਇਆ ਗਿਆ ਸੀ, 2020 'ਚ 28 ਅਕਤੂਬਰ ਨੂੰ ਮਨਾਇਆ ਗਿਆ ਸੀ, 2021 'ਚ 18 ਅਕਤੂਬਰ ਨੂੰ ਮਨਾਇਆ ਗਿਆ ਸੀ, 2022 'ਚ ਉਹ 7 ਅਕਤੂਬਰ ਨੂੰ ਮਨਾਇਆ ਗਿਆ ਸੀ ਤੇ 2023 'ਚ ਉਹ 26 ਸਤੰਬਰ ਨੂੰ ਮਨਾਇਆ ਜਾਵੇਗਾ। ਔਰ ਤੁਸੀਂ ਵੇਖੋ ਵੀ ਇਹਨਾਂ ਨੇ ਕਦੀ ਰੌਲਾ ਨਹੀਂ ਪਾਇਆ। ਇਹ ਵੀ ਇੱਥੇ ਕਿਹਾ ਗਿਆ ਕਿ ਪੁਰੇਵਾਲ ਨੇ ਵੀ ਇਸਲਾਮਿਕ ਕੈਲੰਡਰ ਬਣਾਇਆ ਸੀ, ਪਰ ਉਹਨਾਂ ਨੇ ਵੀ ਕਿਸੇ ਇੱਕ ਵੀ ਮੁਸਲਮਾਨ ਨੇ ਪੁਰੇਵਾਲ ਦੇ ਕੈਲੰਡਰ ਨੂੰ ਕਦੀ ਵੀ ਨਹੀਂ ਮੰਨਿਆ। ਤੇ ਅਗਰ ਆਪਾਂ ਹੁਣ ਬੋਧੀਆਂ ਦੀ ਗੱਲ ਕਰੀਏ, ਉਹਨਾਂ ਦੀ ਬੁੱਧ ਪੂਰਨਿਮਾ ਜਿਹੜੀ ਆਉਂਦੀ ਹੈ ਉਹ 2019 12 ਮਈ ਨੂੰ ਆਈ ਸੀ, 2020 ਨੂੰ 30 ਅਪ੍ਰੈਲ ਨੂੰ ਆਈ ਸੀ, 2021 'ਚ 19 ਮਈ ਨੂੰ ਆਈ ਸੀ, 2022 ਨੂੰ ਉਹ 8 ਮਈ 'ਚ ਆਈ ਸੀ ਤੇ 2023 'ਚ ਉਹ 26 ਮਈ ਨੂੰ ਆ ਰਹੀ ਹੈ। ਇਹਨਾਂ ਨੂੰ ਵੀ ਕਦੀ ਆਹ ਜਿਹੜਾ ਜਨਵਰੀ, ਫਰਵਰੀ, ਮਾਰਚ, ਅਪ੍ਰੈਲ 'ਚ ਇਹਨਾਂ ਨੇ ਕਦੀ ਵੀ ਇੱਕ ਤਰੀਕ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਜਿਹੜਾ ਇਹ ਜਨਵਰੀ ਫਰਵਰੀ ਕੈਲੰਡਰ ਹੈ ਇਹ ਸੂਰਜ ਮੁਤਾਬਕ ਮੈਥੋਲੋਜੀ ਕੈਲੰਡਰ ਹੈ, ਮਿਥਿਆ ਗਿਆ ਹੈ, ਜਦ ਕਿ ਜਿਹੜਾ ਕੁਦਰਤੀ ਕੈਲੰਡਰ ਹੈ ਉਹ ਚੰਦਰਮਾ ਮੁਤਾਬਕ ਹੀ ਬਣਦਾ ਹੈ। ਇਸੇ ਤਰ੍ਹਾਂ ਅਗਰ ਆਪਾਂ ਜੈਨ ਧਰਮ ਵਿੱਚ ਜਾਈਏ ਤਾਂ ਉਹਨਾਂ ਦੀ ਮਹਾਂਵੀਰ ਜਿਹੜੀ ਜਯੰਤੀ ਹੈ ਉਹ 2019 'ਚ 17 ਅਪ੍ਰੈਲ ਨੂੰ ਆਈ ਸੀ, 2020 'ਚ ਉਹ 6 ਅਪ੍ਰੈਲ ਨੂੰ ਆਈ ਸੀ, 2021 'ਚ ਉਹ 25 ਅਪ੍ਰੈਲ ਨੂੰ ਆਈ ਸੀ, 2022 'ਚ 14 ਅਪ੍ਰੈਲ ਨੂੰ ਆਈ ਸੀ ਤੇ 2023 ਦੇ ਵਿੱਚ ਉਹ 4 ਅਪ੍ਰੈਲ ਨੂੰ ਆ ਰਹੀ ਹੈ। ਹੁਣ ਈਸਾਈਆਂ ਦੀ ਗੱਲ ਕਰੀਏ, ਜਿਨ੍ਹਾਂ ਦਾ ਗ੍ਰੈਗੋਰੀਅਨ ਕੈਲੰਡਰ ਨੂੰ ਜਿਹੜੇ ਮੰਨਦੇ ਆ, ਜਿਹੜੇ ਆਪਾਂ ਜਨਵਰੀ, ਫਰਵਰੀ, ਸੰਡੇ, ਮੰਡੇ ਜਿਹੜੇ ਬਣੇ ਨੇ ਈਸਾਈਆਂ ਦਾ, ਇਹਨਾਂ ਦਾ ਜਿਹੜਾ ਧਾਰਮਿਕ ਫੈਸਟੀਵਲ ਹੈ, ਸ਼ਹੀਦੀ ਜਾਂ ਜਿਹੜੀ ਦਿਵਸ ਮਨਾ ਰਹੇ ਆ ਹਜ਼ਰਤ ਈਸਾ ਮਸੀਹ ਦਾ, ਗੁੱਡ ਫਰਾਈਡੇ ਵਾਲੇ ਦਿਨ। ਹੁਣ ਗੁੱਡ ਫਰਾਈਡੇ ਆਪਾਂ ਵੇਖਦੇ ਹਾਂ ਕਿ 2019 ਦੇ ਵਿੱਚ ਇਹ ਆਇਆ 19 ਅਪ੍ਰੈਲ ਨੂੰ, 2020 'ਚ ਆਇਆ ਇਹ 10 ਅਪ੍ਰੈਲ ਨੂੰ, 2021 'ਚ ਆਇਆ 2 ਅਪ੍ਰੈਲ ਨੂੰ, 2022 'ਚ ਆਇਆ 15 ਅਪ੍ਰੈਲ ਨੂੰ, 2023 'ਚ ਆਇਆ ਇਹ 7 ਅਪ੍ਰੈਲ ਨੂੰ। ਹਿੰਦੂਇਜ਼ਮ ਦੇ ਵਿੱਚ ਵੀ ਆਪਾਂ ਦੇਖ ਲਈਏ, ਦੁਰਗਾ ਪੂਜਾ ਇਹਨਾਂ ਦਾ ਬਹੁਤ ਵੱਡਾ ਫੈਸਟੀਵਲ ਹੈ, ਉਹ 2019 'ਚ 4 ਅਕਤੂਬਰ ਨੂੰ, 2020 'ਚ 22 ਅਕਤੂਬਰ ਨੂੰ, 2021 ਦੇ ਵਿੱਚ 11 ਅਕਤੂਬਰ ਨੂੰ, 2022 'ਚ 1 ਅਕਤੂਬਰ ਨੂੰ, 2023 'ਚ 20 ਅਕਤੂਬਰ ਨੂੰ ਆ ਰਿਹਾ। ਹੁਣ ਚੀਨੀ ਦੇਸ਼ ਦੀ ਗੱਲ ਕਰੀਏ, ਉਹਨਾਂ ਦਾ ਹੈਪੀ ਨਿਊ ਈਅਰ ਯਾਨੀ ਕਿ ਨਵਾਂ ਸਾਲ ਹੈ ਜਿਹੜਾ 2019 'ਚ ਆਇਆ ਸੀ 5 ਫਰਵਰੀ ਨੂੰ, 2020 'ਚ ਆਇਆ 25 ਜਨਵਰੀ ਨੂੰ, 2021 'ਚ ਆਇਆ 12 ਫਰਵਰੀ ਨੂੰ, 2022 'ਚ ਆਇਆ 1 ਫਰਵਰੀ ਨੂੰ ਤੇ 2023 'ਚ ਉਹ ਆ ਰਿਹਾ ਵਾ 22 ਜਨਵਰੀ ਨੂੰ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਉਹ ਵੀ ਚੰਦਰਮਾ ਮੁਤਾਬਕ ਚੱਲਦੇ ਨੇ। ਯਹੂਦੀ ਜਿਨ੍ਹਾਂ ਨਾਲ ਸੈਮਸੰਗ ਸੈੱਟ ਵਾਈਟ ਹਾਊਸ ਤੱਕ ਪਏ ਨੇ, ਜਿਨ੍ਹਾਂ ਨੇ ਪ੍ਰੋਪਰ ਪੂਰੀ ਵਰਲਡ ਦੇ ਉੱਤੇ ਜਿਹੜਾ ਇਲੈਕਟ੍ਰੋਨਿਕ ਦੇ ਨਾਲ ਕਬਜ਼ਾ ਕੀਤਾ ਹੋਇਆ, ਜੋ ਉਹਨਾਂ ਕੋਲੇ ਹਥਿਆਰ ਨੇ, ਸ਼ਸਤਰ ਨੇ। ਸਾਡੇ ਟੈਲੀਫੋਨ ਆ ਸੈਮਸੰਗ ਕੰਪਨੀ ਉਹਨਾਂ ਦੀ ਹੈ, ਹਰ ਇੱਕ ਸੈੱਟ ਸਾਡੇ ਕੋਲੇ ਤਕਰੀਬਨ ਹਰੇਕ ਕੋਲੇ ਪੂਰੀ ਦੁਨੀਆ 'ਚ ਹੈ। ਹੁਣ ਉਹਨਾਂ ਦਾ ਅਗਰ ਯਹੂਦੀ ਮੰਦਿਰ ਦੀ ਪੁਨਰ ਪ੍ਰਾਪਤੀ ਜਿਹੜਾ ਦਿਨ ਮਨਾਉਂਦੇ ਨੇ ਤੇ ਉਹ ਦੇਖੋ 2019 'ਚ ਉਹ 22 ਦਸੰਬਰ ਨੂੰ ਆਇਆ, 2020 'ਚ ਉਹ 10 ਦਸੰਬਰ ਨੂੰ, 2021 'ਚ 28 ਨਵੰਬਰ ਨੂੰ, 2022 'ਚ 18 ਦਸੰਬਰ ਨੂੰ, 2023 'ਚ 7 ਦਸੰਬਰ ਨੂੰ। ਹੁਣ ਯਹੂਦੀ ਤੇ ਟੋਟਲ ਕੁਦਰਤ ਨੂੰ ਮੰਨਦੇ ਆ, ਉਹ ਤੇ ਇਹ ਦੂਸਰੇ ਧਰਮਾਂ 'ਚ ਜਾ ਬਹੁਤ ਜ਼ਿਆਦਾ ਵਿਸ਼ਵਾਸ ਵੀ ਨਹੀਂ ਰੱਖਦੇ।
ਜਾਂ ਉਹ ਜਿਹੜੀ ਅਸੀਂ ਕਹਿ ਦਿੰਦੇ ਆ ਟੂਣੇ ਟਾਮਿਆਂ ਦੇ ਵਿੱਚ ਉਹਦੇ ਟੈਕਨੋਲੋਜੀ ਤੇ ਵਿਸ਼ਵਾਸ ਰੱਖਣ ਵਾਲਾ ਦੇਸ਼ ਹੈ, ਪਰ ਉਹ ਵੀ ਚੰਦਰਮਾ ਮੁਤਾਬਕ ਚੱਲਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਸਿੱਖਾਂ ਨੂੰ ਇਹ ਪ੍ਰੋਬਲਮ ਆ, ਸਿੱਖਾਂ ਵਿੱਚ ਹੀ ਇੱਕ ਭੰਬਲ ਭੂਸਾ ਕ੍ਰੀਏਟ ਕਰ ਦਿੱਤਾ ਗਿਆ, ਇੱਕ ਭੁੱਲੜ ਸਿੱਖ ਹੀ ਕਹਾਂਗੇ ਉਸ ਵੱਲੋਂ। ਜੋ ਰਿਪੋਰਟ ਤੁਸੀਂ ਇੰਦਰਪ੍ਰੀਤ ਕੌਰ ਕੋਲੋਂ ਸੁਣੀ ਹੈ ਉਹਦਾ ਅੱਖਰ ਅੱਖਰ ਸਮਝਣ ਸੁਣਨ ਵਾਲਾ ਹੈ, ਤੇ ਇਸ ਐਪੀਸੋਡ ਨੂੰ ਸਾਂਭ ਕੇ ਰੱਖੋ। ਤੇ ਜਿਹੜੇ ਆ 5 ਜਨਵਰੀ ਦਾ ਰੌਲਾ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਉਸ ਤਰੀਕ ਨੂੰ ਪੱਕਾ ਹੀ ਕਰਨ ਨੂੰ ਫਿਰਦੇ ਨੇ, ਉਹਨਾਂ ਨੂੰ ਇਹ ਵੀਡੀਓ ਜ਼ਰੂਰ ਵਿਖਾਓ ਤੇ ਇਹ ਵੀ ਦੱਸੋ ਕਿ ਭਾਈ ਆਪਣੀ ਧਰਾਤਨ ਨਾਲ ਜੁੜੋ। ਸੰਗਰਾਂਦ ਵੀ ਵੱਖ-ਵੱਖ ਤਰੀਕਾਂ ਨੂੰ ਆਉਂਦੀ ਹੈ। ਗੁਰੂ ਮਹਾਰਾਜ ਦੇ ਵਿੱਚ ਬਿਲਕੁਲ ਸੰਮਤ ਦੇ ਹਿਸਾਬ ਨਾਲ ਗੁਰਬਾਣੀ ਲਿਖੀ ਗਈ ਹੈ, ਤਰੀਕਾਂ ਉਹਦੇ ਵਿੱਚ ਦੱਸੀਆਂ ਗਈਆਂ ਨੇ। ਚੌਪਈ ਸੰਬਤ 17 ਸਹਿਜ ਪਣੀਜੈ, ਅਰਧ ਸਹਿਜ ਫੁਨਤੀਨ ਕੀ ਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਸਾਰਾ ਕੁਝ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਫਿਰ ਸਾਨੂੰ ਇਹ ਪ੍ਰੋਬਲਮ ਕਿਉਂ? ਤੇ ਚਾਹੀਦਾ ਇਹੀ ਹੈ ਕਿ ਜੋ ਸਾਡੇ ਪੁਰਾਤਨ ਕੈਲੰਡਰ ਨੇ, ਪੁਰਾਤਨ ਮਰਿਆਦਾਵਾਂ ਨੇ, ਅਸੀਂ ਉਹਨਾਂ ਨੂੰ ਬਹਾਲ ਰੱਖ ਸਕੀਏ, ਆਪਣੇ ਰੂਟਸ ਨੂੰ, ਆਪਣੀਆਂ ਜੜ੍ਹਾਂ ਨੂੰ ਪੱਕਿਆਂ ਕਰੀਏ, ਤਾਂ ਕਿ ਸਾਡੀ ਆਉਣ ਵਾਲੀ ਪਨੀਰੀ ਦਾ ਜਿਹੜਾ ਦਰਖਤ ਹੈ, ਸਿੱਖੀ ਦਾ ਜਿਹੜਾ ਬੂਟਾ ਆ, ਉਹ ਬਾਅਦ ਫੁੱਲ ਸਕੇ ਤੇ ਨਰੋਇਆ ਰਹਿ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪੰਥ ਸੁਚੇਤ ਹੋਵੇ ਤੇ ਪੁਰਾਤਨ ਕੁਦਰਤੀ ਕੈਲੰਡਰਾਂ ਨਾਲ ਹੀ ਤੁਰੇ, ਤਾਂ ਕਿ ਸਿੱਖਾਂ ਦਾ ਭਵਿੱਖ ਸੁਧਰ ਸਕੇ। ਗੁਰੂ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ। Facebook ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।